चार पदारथ जी को मांगै, साध जना की सेवा लागै। इस पंक्ति ਨੂੰ ਕੋਟ ਕਰਕੇ ਕਿਸੇ ਨੇ ਸਵਾਲ ਪੁੱਛਿਆ ਹੈ ਕਿ ਚਾਰ ਪਦਾਰਥ ਕਨਸੈਪਟ ਕੀ ਹੈ। ਇਹ ਪੰਕਤੀ ਨੂੰ ਜੇ ਅਸੀਂ ਸਮਝੀਏ ਤਾਂ ਇਹ ਸੁਖਮਨੀ ਸਾਹਿਬ ਦੀ ਪੰਕਤੀ ਹੈ। ਜਿੱਥੇ ਪੰਕਤੀ ਲਿਖੀ ਗਈ ਹੈ ਉਹਦਾ ਸ਼ਲੋਕ ਹੈ, ਬਹੁ ਸ਼ਾਸਤਰ ਬਹੁ ਸਿਮਰਤੀ ਭੇਖੇ ਸਰਬ ਟੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੂਲ। ਸੋ ਸੁਖਮਨੀ ਸਾਹਿਬ ਦੀ ਬਣਤਰ ਦਾ ਬੜਾ ਵਿਸਮਾਦਤ ਵਿਲੱਖਣ ਢੰਗ ਹੈ ਕਿ ਉਸ ਦਾ ਸ਼ਲੋਕ ਆਪਣੀ ਹਰ ਅਸ਼ਟਪਦੀ ਦਾ ਸੈਂਟਰਲ ਆਈਡੀਆ ਹੁੰਦਾ ਹੈ। 8 ਪਦੇ ਹੁੰਦੇ ਨੇ ਤੇ ਸੁਖਮਨੀ ਸਾਹਿਬ ਦਾ ਰਹਾਉ ਹੈ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸ਼ਰਾਮ। ਇਸ ਦੇ ਨਾਲ ਵੀ ਸਾਡਾ ਮੈਸੇਜ ਆਪਣੇ ਤੇ ਅਪਲਾਈ ਕਰਨ ਵੇਲੇ ਸਾਨੂੰ ਸਮਝਣਾ ਹੁੰਦਾ ਹੈ, ਵਿਚਾਰਨਾ ਹੁੰਦਾ ਹੈ। ਚਾਰ ਪਦਾਰਥ ਨੂੰ ਆਮ ਤੌਰ ਤੇ ਵਿਚਾਰਿਆ ਜਾਂਦਾ ਧਰਮ ਅਰਥ ਕਾਮ ਮੋਕਸ਼। ਬਸ ਪੜ੍ਹਨ ਵਾਲੇ ਜਾਂ ਅਰਥ ਕਰਨ ਵਾਲੇ ਇੱਥੇ ਤੱਕ ਅਰਥ ਅਸੀਂ ਕਰ ਲੈਂਦੇ ਹਾਂ, ਪਰ ਆਪਣੇ ਤੇ ਅਪਲਾਈ ਕਰਨ ਵਾਲੇ ਅਰਥਾਂ ਵਾਲੇ ਪਾਸੇ ਜਦੋਂ ਅਸੀਂ ਜਾਂਦੇ ਹਾਂ ਉਸ ਨੂੰ ਅਸੀਂ ਭਾਵ ਅਰਥ ਕਹਿੰਦੇ ਹਾਂ, ਐਪਲੀਕੇਬਲ ਮੀਨਿੰਗਸ ਕਹਿੰਦੇ ਹਾਂ, ਜਿਹਦੇ ਨਾਲ ਵਨ ਇਜ਼ ਇੰਸਪਾਇਰਡ ਕਿ ਬਈ ਮੈਂ ਕਿਵੇਂ ਚੇਂਜ ਹੋਣਾ ਹੈ। ਆਪਣੇ ਆਪ ਉਹ ਗੱਲ ਨੂੰ ਜਦੋਂ ਸਮਝ ਪੈ ਜਾਏ ਤਾਂ ਆਪਣੇ ਆਪ ਨੂੰ ਪ੍ਰੇਰਨਾ ਮਿਲਦੀ ਹੈ ਕਿ ਮੈਂ ਆਪਣਾ ਜੀਵਨ ਸੁਚੱਜਾ ਬਣਾਉਣਾ ਹੈ। ਅੱਛਾ, ਪਹਿਲੀ ਗੱਲ ਤਾਂ ਅਸੀਂ ਮੰਨ ਲਈਏ ਕਿ ਗੁਰਮਤ 3, 5, 7, 18 ਇਸ ਤਰ੍ਹਾਂ ਦੇ ਕੋਈ ਨੰਬਰਸ ਦੇ ਭਰਮ ਵਿੱਚ ਸਾਨੂੰ ਨਹੀਂ ਰੱਖਦੀ ਹੈ। ਸੋ ਪਹਿਲੀ ਗੱਲ, ਅਸੀਂ ਚਾਰ ਪਦਾਰਥ ਨਹੀਂ ਮੰਨਦੇ ਹਾਂ। ਗੁਰਮਤ ਅਨੁਸਾਰ ਤੇ ਬੇਅੰਤ ਪਦਾਰਥ ਨੇ। ਜਦੋਂ ਆਉਂਦਾ ਨਾ ਥਾਲ ਵਿੱਚ 3 ਵਸਤੂ ਪਈ ਹੋ ਸਤ ਸੰਤੋਖ ਵਿਚਾਰੋ, ਉੱਥੇ 3 ਦਾ ਮਤਲਬ 3 ਨਹੀਂ ਹੁੰਦਾ। ਗੁਰੂ ਦਰਿਆ ਹੁੰਦਾ ਹੈ, ਸਮੁੰਦਰ ਸਾਗਰ ਹੁੰਦਾ ਹੈ, ਔਰ ਉਹਦੇ ਕੋਲ ਬੇਅੰਤ ਰਤਨ ਜਵਾਹਰ ਮਾਣਿਕ ਦੇ ਖਜ਼ਾਨੇ ਦੇ ਪਦਾਰਥ ਹੁੰਦੇ ਨੇ। ਪਰ ਕਿਉਂਕਿ ਇਹ ਪੰਕਤੀਆਂ ਇਸ ਤਰ੍ਹਾਂ ਪੁੱਛੀ ਗਈ ਹੈ ਤਾਂ ਜਿੱਥੇ ਇਹ ਪੰਕਤੀ ਆਈ ਹੈ ਉਸ ਪਦੇ ਦਾ, ਉਹ 5ਵਾਂ ਪਦ ਹੈ ਆਪਣੀ ਉਸ ਅਸ਼ਟਪਦੀ ਦਾ, ਤਾਂ 5ਵਾਂ ਪਦਾ ਆਖਰੀ ਪੰਕਤੀ ਕਹਿੰਦੀ ਹੈ, ਆਕੇ ਬਲ ਬਲ ਜਾਸਾ। ਜਿਸ ਦੇ ਮਨ ਨੂੰ ਦਰਸ਼ ਦੀ ਪਿਆਸ, ਦਰਸ਼ ਮਤਲਬ ਦਰਸ਼ਨ, ਦਰਸ਼ਨ ਮਤਲਬ ਫਲਸਫਾ, ਫਲਸਫਾ ਮਤਲਬ ਗੁਰਮਤ, ਰੱਬ, ਗੁਰੂ ਦਾ ਕੌਨਸੈਪਟ, ਪੈਰਾਡਿਮ, ਵਿਚਾਰਧਾਰਾ, ਉਹਨੂੰ ਅਸੀਂ ਕਰਮ ਵੀ ਕਹਿੰਦੇ ਹਾਂ। ਉਹਦੇ ਮੁਤਾਬਕ ਜੇ ਮੇਰਾ ਸੋਚਣੀ ਦਾ ਢੰਗ ਬਣ ਜਾਏ ਤਾਂ ਮੈਨੂੰ ਉਸ ਕਰਮ ਅਨੁਸਾਰ ਨਦਰ ਪ੍ਰਾਪਤ ਹੋ ਗਈ। ਸੋ ਉਹ ਨਜ਼ਰੀਆ ਪ੍ਰਾਪਤ ਹੋ ਜਾਂਦਾ ਹੈ। ਅੱਛਾ, ਅਸੀਂ ਜਦੋਂ ਇਹ ਸਮਝ ਰਹੇ ਹਾਂ ਕਿ ਜਿਸ ਮਨ ਨੂੰ ਸੱਚ ਦੀ ਵਿਚਾਰਧਾਰਾ, ਭਾਵ ਰੱਬੀ ਦਰਸ਼ਨ, ਗੁਰੂ ਕਾ ਦਰਸ਼ਨ ਦਾ ਸ਼ੌਂਕ ਪੈ ਜਾਂਦਾ ਹੈ ਨਾ, ਉਹ ਅਵਗੁਣਾ ਦੀ ਭਟਕਣਾ ਤੋਂ, ਅਵਗੁਣਾ ਕਰਕੇ ਅਨਸਟੇਬਿਲਿਟੀ ਤੋਂ, ਅਪਸੈਟ ਅਵਸਥਾ ਤੋਂ, ਕਲਯੁਗੀ ਅਵਸਥਾ ਤੋਂ ਸਟੇਬਲ ਹੋ ਜਾਂਦਾ ਹੈ। ਸੋ ਟਿਕਾ ਕਦੋਂ ਆਏਗਾ? ਅਵਗੁਣਾ ਦੀ ਭਟਕਣਾ ਤੋਂ, ਜਦੋਂ ਅਸੀਂ ਛੁੱਟਦੇ ਹਾਂ।
ਸੋ ਅਸੀਂ ਸਮਝਣ ਵਾਸਤੇ ਇਸ ਤਰ੍ਹਾਂ ਕਰ ਸਕਦੇ ਹਾਂ ਵੀ ਬੇਅੰਤ ਪਦਾਰਥ ਹੁੰਦੇ ਨੇ, ਪਰ ਜੇਕਰ ਲਫ਼ਜ਼ 4 ਪਦਾਰਥ ਆਇਆ ਤੇ ਅਸੀਂ ਇੰਝ ਵੀ ਸਮਝ ਸਕਦੇ ਹਾਂ ਕਿ ਗੁਰਮਤ ਅਨੁਸਾਰ ਜੋ ਇਨਸਾਨ कबीरा जहाँ ज्ञानता धर्म है, जहाँ झूठता पाप, जहाँ लोभता काल है, जहाँ खिमाता आप। भाव जदों मनु वो वाला ज्ञान प्राप्त होए जिहदे नाल मैं अपने अवगुणा वल झाती मार सकां। अवगुणा नूं असी अपने जीवन विच, अपने सोचने के ढंग विच, अपने मन अंदर हनेरा समझते हैं। मानो मेरे संसार, मेरे जगत, मेरे अंदर की सृष्टि च हनेरा है। सो असी पहला पदार्थ मन के चलते हैं कि ज्ञान पदार्थ, उन्होंने कहते हैं बलियो चिराग अंधियार में सब कल उधरी एक नाम धर्म। पर जदों असी ये समझिए ना कि बलिया गुर ज्ञान अंधेरा बिनसिया, हर रतन पदार्थ लादा। लो असी 4 पदार्थों की गल कर रहे सी, एक पदार्थ रतन पदार्थ भी प्राप्त हो गया। पर रतन पदार्थ रतन की होंदे ने? रतन होंदे ने मत विच रतन जवाहर माणिक वर्गा ज्ञान सुमत, जिहदे नाल असी चंगे चंगे गुण प्राप्त करते हैं, जिन्होंने असी कहते हैं गॉड लाइक क्वालिटीज, जिसनों असी कह सकते हैं आइडियल मनुख बनन दे सुचज्जे गुण, जिन्हां दे नाल असी अपना श्रृंगार करते हैं। सो बलिया गुर ज्ञान उहदे नाल की होया? अंधेरा बिनसिया, अवगुण चले गए। बलिया गुर ज्ञान अंधेरा बिनसिया, हर रतन पदार्थ लाधा। सो असी सब तो पहला पदार्थ मान के चल रहे हैं ज्ञान पदार्थ। जो इंसान अपने अवगुणा तो ख्वार होके, अवगुणा तो अपसेट होके अपने आप नूं अपने अवगुणा तो छुटना चाहता है, वो रब दा ज्ञान, रब दा दर्शन, रब दी विचारधारा दा जाचक हो जाता है, उन्होंने मंगता है। वो कहता हम भीखक भिखारी तेरे, तू निजपत है दाता। तो वो जदों असी वो वाली अक्ल प्राप्त करते हैं तो फिर अपने अवगुणा तो असी मुक्त होते हैं। उन्होंने असी कह सकते हैं मुक्त पदार्थ। मुक्त पदार्थ पाइए अवगुण मेटनहार। जदों असी मुक्त पदार्थ प्राप्त करते हैं ना, तो जिहड़ा ज्ञान लिया सी, ज्ञान की लिया सी? मैं गलत कित्थे हाँ, वेयर आई एम मिस्टेकन। अपने अवगुणा वल झाती मारन दी अख ज्ञान प्राप्त होया, अवगुणा ते लाइट पई और अवगुणा तो छुट्टण दी सुमत प्राप्त हुई, मुक्त हो गए। मुक्त पदार्थ पाइए अवगुण मेटन हार। असी समझण वास्ते 4 पदार्थ समझ रहे हैं। ज्ञान पदार्थ जिहदे नाल रतन पदार्थ ते प्राप्त होंदा है, पर ज्ञान के कारण ही रतन पदार्थ होंदा है। इस करके असी पहला पदार्थ बना रहे हैं ज्ञान पदार्थ। दूजा पदार्थ समझ रहे हैं अवगुणा तो मुक्त हो जाते हैं। मुक्त पदार्थ जदों मुक्त पदार्थ पाते हैं, मुक्त पदार्थ पाइए अवगुण मेटनहार। मानो अवगुणा तो खलासी हो गई, अवगुणा तो मुक्त हो गए। साल्वेशन वाइल लिविंग।
ਗਿਆਨ ਪਦਾਰਥ ਤੋਂ ਬਾਅਦ ਮੁਕਤ ਪਦਾਰਥ, ਮੁਕਤ ਪਦਾਰਥ ਤੋਂ ਬਾਅਦ ਆਉਂਦਾ ਹੈ ਨਾਮ ਪਦਾਰਥ। ਨਾਮ ਪਦਾਰਥ ਕੀ ਹੁੰਦਾ ਹੈ? ਜੋ ਗਿਆਨ ਪਦਾਰਥ ਵਿੱਚ ਅਵਗੁਣਾਂ ਨੂੰ ਮੇਟਣ ਬਾਰੇ ਅਕਲ, ਸੁਮਤ, ਧਰਮ ਦਾ ਫਲਸਫਾ ਸਮਝਾਇਆ ਗਿਆ ਸੀ ਨਾ, ਉਹਨੂੰ ਨਿਰੰਤਰ ਦ੍ਰਿੜ ਕਰਕੇ ਫੋਲੋ ਕਰਦੇ ਰਹਿਣਾ। ਨਾਮ ਪਦਾਰਥ ਪਾਇਆ, ਲਾਭ ਸਦਾ ਮਨ ਹੋਏ। ਸਾਡੇ ਮਨ ਨੂੰ ਹਮੇਸ਼ਾ ਲਾਹਾ ਹੀ ਪ੍ਰਾਪਤ ਹੁੰਦਾ ਹੈ। ਲਾਹਾ ਕਿਹਦਾ? ਰੋਗ ਰਹਿਤ ਥਾਟ ਪ੍ਰੋਸੈਸ ਦਾ। ਰੋਗ ਰਹਿਤ ਭਾਵ ਕੇਵਲ ਤੇ ਕੇਵਲ ਚੰਗੇ ਗੁਣਾਂ ਵਾਲੀ ਮੱਤ ਦੇ ਨਾਲ, ਰੱਬੀ ਗੁਣਾਂ ਵਾਲੀ ਜੀਵਨੀ ਦੇ ਨਾਲ ਟਿਊਨਡ ਰਹਿਣਾ। ਨਾਮ ਪਦਾਰਥ ਪਾਇਆ, ਲਾਭ ਸਦਾ ਮਨ ਹੋਏ। ਅਸੀਂ ਇਸ ਨੂੰ ਇੰਝ ਵੀ ਸਮਝ ਸਕਦੇ ਹਾਂ ਜਿਵੇਂ ਅਸੀਂ ਕਹਿੰਦੇ ਹਾਂ, ਫਰੀਦਾ ਬੁਰੇ ਦਾ ਭਲਾ ਕਰ। ਇਹ ਗਿਆਨ ਪਦਾਰਥ ਹੈ। ਗੁੱਸਾ ਮਨ ਨਾ ਹੰਡਾਏ, ਗੁੱਸੇ ਤੋਂ ਮੁਕਤ ਹੋ ਗਏ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗ ਗਈ, ਲੋ ਮੁਕਤ ਹੋ ਗਏ। ਹੁਣ ਇਹਨੂੰ ਹਮੇਸ਼ਾ ਦ੍ਰਿੜ ਕਰਨਾ ਹੈ, ਪੱਲੇ ਸਭ ਕੁਝ ਪਾਏ। ਮੈਸੇਜ ਨੂੰ, ਡਿਵਾਈਨ ਮੈਸੇਜ ਨੂੰ, ਆਈਡੀਅਲ ਥਾਟਸ ਨੂੰ, ਮੋਰੈਲਿਟੀ ਨੂੰ ਹਮੇਸ਼ਾ ਪ੍ਰੈਕਟਿਸ ਕਰਨਾ ਨਾਮ ਪਦਾਰਥ, ਕਿਉਂਕਿ ਉਹਦੇ 'ਚ ਰੱਬੀ ਗੁਣ ਹੁੰਦੇ ਨੇ। all ideal qualities belong to God। ਕੌਨਸੈਪਟ ਹੈ ਨਾ, ਰੱਬੀ ਗੁਣ, ਚੰਗੇ ਗੁਣ, ਮੋਰੈਲਿਟੀ ਵਾਲੇ ਗੁਣ, ਅਸੀਂ ਸਪਿਰਿਚੁਅਲ ਹੋ ਜਾਂਦੇ ਹਾਂ। ਧਾਰਮਿਕਤਾ ਵਾਲਾ ਜੀਵਨ ਸਾਡਾ ਬਣ ਜਾਂਦਾ ਹੈ, ਕਿਸੇ ਲੇਬਲ ਵਾਲੇ ਧਰਮ ਦਾ ਨਹੀਂ, ਧਾਰਮਿਕਤਾ ਵਾਲਾ ਸਪਿਰਿਚੁਅਲ ਬੀਇੰਗ ਹੋ ਜਾਂਦੇ ਆ। ਸੋ ਜਦੋਂ ਅਸੀਂ ਨਾਮ ਪਦਾਰਥ ਪਾਉਂਦੇ ਆ ਨਾ, ਸਾਨੂੰ ਹਮੇਸ਼ਾ ਲਾਹਾ ਹੀ ਪ੍ਰਾਪਤ ਹੁੰਦਾ ਹੈ। ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਝ ਪਾਏ, ਚੰਗੇ ਚੰਗੇ ਗੁਣਾਂ ਦਾ ਲਾਹਾ ਪ੍ਰਾਪਤ ਹੁੰਦਾ ਹੈ ਜੇ ਨਾਮ ਪਦਾਰਥ ਨੂੰ ਅਸੀਂ ਪ੍ਰੈਕਟਿਸ ਕਰੀਏ। ਅੱਛਾ, ਜਿਸ ਇਨਸਾਨ ਨੂੰ ਪਹਿਲਾ ਪਦਾਰਥ ਗਿਆਨ ਪਦਾਰਥ ਸਮਝ ਆ ਰਹੀ ਹੈ ਕਿ ਮੈਂ ਗਲਤ ਕਿੱਥੇ ਹਾਂ ਅਤੇ ਆਪਣੇ ਗਲਤ ਨੂੰ ਠੀਕ ਕਰਨ ਦੀ ਜਾਂਚ, ਇਹ ਸਾਰੇ ਸੈੱਟ ਨੂੰ ਕੀ ਕਹਿੰਦੇ ਆ? ਗਿਆਨ ਪਦਾਰਥ। ਉਹਦੀ ਪ੍ਰੈਕਟਿਸ ਕਰ ਲਈਏ, ਮੁਕਤ ਪਦਾਰਥ। ਜੋ ਡਾਕਟਰ ਨੇ ਦੱਸਿਆ ਉਹ ਸਾਰਾ ਅਪਲਾਈ ਕੀਤਾ। ਡਾਕਟਰ ਸੁਜਾਨ ਵੈਦ ਹੈ ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਘਟ ਹੈ ਜਮ ਕੀ ਫੰਦਾ, ਜਮ ਕੀ ਹੈ? ਅਵਗੁਣ। ਉਹ ਪਰਫੈਕਟ ਹੈ, ਉਹ ਸੁਜਾਨ ਹੈ। ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸੁਜਾਨ। ਪਹਿਲਾਂ ਤਾਂ ਗਿਆਨ ਮੈਨੂੰ ਦਿੰਦਾ ਤੇਰਾ ਰੋਗ ਕੀ ਹੈ, ਤੇਰੇ ਅਵਗੁਣ ਕੀ ਹੈ। ਫਿਰ ਹਰ ਅਵਗੁਣ ਨੂੰ ਮਾਈਕਰੋਸਕੋਪਿਕਲੀ ਕਿਰਪਾ ਕਟਾਖ ਅਵਲੋਕਨ ਕੀ ਨੂੰ ਦੇਖਦਾ ਹੈ। ਦਾਸ ਕਾ ਦੁੱਖ ਵਿਦਾਰਿਓ। ਅਵਗੁਣ ਕੱਟਣ ਦੀ ਸੁਮਤ ਬਖਸ਼ਦਾ ਹੈ, ਅਵਗੁਣਾਂ ਤੇ ਝਾਤੀ ਮਰਵਾਉਂਦਾ ਹੈ ਗਿਆਨ ਪਦਾਰਥ। ਤੇ ਅਵਗੁਣਾਂ ਨੂੰ ਜਦੋਂ ਅਸੀਂ ਕੱਟਣ ਯੋਗ ਹੋ ਜਾਂਦੇ ਹਾਂ, ਮੁਕਤ ਪਦਾਰਥ। ਅਵਗੁਣ ਤੋਂ, ਰੋਗ ਤੋਂ ਮੁਕਤ ਹੋ ਗਏ, ਅਰੋਗ ਹੋ ਗਏ। ਹਰ ਜਨ ਅਰੋਗ ਪਏ, ਦੁੱਖ ਗਿਆ, ਸਭ ਰੋਗ ਗਿਆ, ਮੁਕਤ ਹੋ ਗਏ। ਤੇ ਉਸ ਮੈਸੇਜ ਨੂੰ ਨਿਰੰਤਰ ਦ੍ਰਿੜ ਕਰਨਾ ਨਾਮ ਪਦਾਰਥ। ਅੱਛਾ, ਜਿਹੜਾ ਗਿਆਨ ਪਦਾਰਥ, ਮੁਕਤ ਪਦਾਰਥ ਅਤੇ ਨਾਮ ਪਦਾਰਥ ਨੂੰ ਜੀਣ ਲੱਗ ਪੈਂਦਾ ਹੈ ਨਾ, ਉਹਦਾ ਜੀਵਨ ਸਫਲ ਹੋ ਜਾਂਦਾ ਹੈ। ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ
कथ। कथ मतलब जदों वो सच्चे शब्द भाव उस सुमत नूं दृढ़ करदा है। विवेक बुद्धि दे नाल अवगुणा तो छुटदा जांदा है, मुकत हुंदा जांदा है, गुणा नूं धारण करदा जांदा है। ਉਹਨੂੰ ਗੁਰ ਤੇ ਮਹਿਲ ਪ੍ਰਾਪਤ ਹੈ, ਜਿਸ ਲਿਖਿਆ ਹੋਵੇ ਮੱਥ ਜੋ ਇਹ ਮਿਹਨਤ ਕਰਦਾ ਹੈ ਉਹਨੂੰ ਗੁਰੂ ਦਾ ਮਹਿਲ ਪ੍ਰਾਪਤ ਹੋ ਜਾਂਦਾ ਹੈ। ਉਹਨੂੰ ਗਿਆਨ ਪਦਾਰਥ ਵੀ ਪ੍ਰਾਪਤ ਹੋ ਗਿਆ, ਉਹਨੂੰ ਰਤਨ ਪਦਾਰਥ ਵੀ ਪ੍ਰਾਪਤ ਹੋ ਗਿਆ, ਉਹਨੂੰ ਮੁਕਤ ਪਦਾਰਥ ਵੀ ਪ੍ਰਾਪਤ ਹੋ ਗਿਆ, ਉਹਨੂੰ ਨਾਮ ਪਦਾਰਥ ਵੀ ਪ੍ਰਾਪਤ ਹੋ ਗਿਆ। ਉਹਦਾ ਜਨਮ ਸਫਲ ਹੋ ਗਿਆ। ਅਸੀਂ ਜੀਂਦੇ ਜੀ ਜਨਮ ਸਫਲ ਕਰਨਾ ਹੈ। ਕੋਈ ਮਰਨ ਤੋਂ ਬਾਅਦ ਕਵੇ ਬੜਾ ਜਨਮ ਸਫਲ ਹੋ ਗਿਆ, ਪੂਰੇ ਹੋ ਗਏ ਨੇ, ਉਹ ਵਾਲੀ ਗੱਲ ਨਹੀਂ ਚੱਲ ਰਹੀ। ਕੋਈ ਮੇਰੇ ਮਰਨ ਤੋਂ ਬਾਅਦ ਪੜੇ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਜੀਵਨ ਭਰ ਮੇਰਾ ਜਨਮ ਠੀਕ ਨਾ ਮੈਂ ਬਣਾਵਾਂ, ਉਹ ਗੱਲ ਨਹੀਂ ਚੱਲ ਰਹੀ। ਜੀਂਦੇ ਜੀ ਜਨਮ ਸਫਲ ਕਰਨਾ ਹੈ। ਉਹਨੂੰ ਕਹਿੰਦੇ ਨੇ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ, ਕਹੋ ਨਾਨਕ ਸਫਲ ਸੋ ਆਇਆ। संतोखी हो गया, संतोखी नजरिया मिल गया, संतोखी मत मिल गई। दे नाम संतोखी उतरे मन की भुख। मन की भुख अंदर रोग ही तो होंदे सी, उन्हां तो मुक्त हो गए। समझ आ गई कि चार पदार्थ जे को मांगे सो जे कोई चाहता है चंगे गुणा दे चाज चार वाला जीवन, साध जना की सेवा लागे। साध जना का मतलब किसी मनुख नूं नहीं कहते ने, ਆਪਣੇ ਆਪ ਨੂੰ ਸਾਧਣ ਵਾਲੇ, ਆਪਣੇ ਆਪ ਨੂੰ ਸੋਧ ਕੇ ਫਿਕਸਅਪ ਕਰਨ ਵਾਲੇ ਜਿਹੜੇ ਗੁਣ ਹੁੰਦੇ ਨੇ ਉਹਨਾਂ ਨੂੰ ਫੋਲੋ ਕਰੇ, ਭਾਵ ਸੇਵਾ ਕਰੇ। ਉसी वास्ते ਤਾਂ ਅਖੀਰ ਵਿੱਚ ਕਿਹਾ ਹੈ, ਜਿਸ ਜਨ ਕੋ ਪ੍ਰਭ ਦਰਸ਼ ਪਿਆਸਾ ਨਾਨਕ ਤਾਕੇ ਬਲ ਬਲ ਜਾਸਾ। ਜਿਸ ਨੂੰ ਇਸ ਵਿਚਾਰਧਾਰਾ ਦੀ ਲੋੜ ਹੈ ਉਹ ਮਨ ਵਾਕਈ ਸ਼ਲਾਘਾਯੋਗ ਹੈ। ਤੇ ਉਸ ਮਨ ਨੂੰ ਇਹੀ ਸਮਝਾਇਆ ਗਿਆ ਕਿ ਜੋ ਚਾਰ ਪਦਾਰਥ ਪ੍ਰਾਪਤ ਕਰਦਾ ਹੈ ਉਹ ਧਾਰਮਿਕ ਗ੍ਰੰਥ ਪੜ੍ਹੇ ਜਾਂ ਨਾ ਪੜ੍ਹੇ, ਪਰ ਉਹ ਨਾਮ ਪਦਾਰਥ ਨੂੰ ਪ੍ਰਾਪਤ ਕਰਨ ਵਾਸਤੇ, ਗਿਆਨ ਪਦਾਰਥ ਪ੍ਰਾਪਤ ਕਰਦਾ ਹੈ ਅਵਗੁਣਾ ਤੋਂ ਮੁਕਤ ਹੋਣ ਵਾਸਤੇ, ਔਰ ਅਲਟੀਮੇਟਲੀ ਨਾਮ ਪਦਾਰਥ ਨੂੰ ਦਿਨ ਰਾਤ ਦ੍ਰਿੜ ਕਰਦਾ ਹੈ ਕਿ ਮੈਂ ਇਸ ਮੈਸੇਜ ਨੂੰ ਫੋਲੋ ਕਰਨਾ ਹੈ ਤਾਂ ਕਿ ਮੈਨੂੰ ਰੋਗ ਨਾ ਚੰਬੜੇ, ਤੇ ਉਹਦਾ ਜੀਂਦੇ ਜੀ ਜਨਮ ਸਫਲ ਹੋ ਜਾਂਦਾ ਹੈ। ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ।